ਸਤਿ ਸ਼੍ਰੀ ਅਕਾਲ ਜੀ ਬੇਟਾ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਨਵੀਂ ਵੀਡੀਓ ਦੇ ਵਿੱਚ। ਬੇਟੇ ਇਹ ਆਪਣੇ ਪਿਆਜੇ ਦੀ ਥਿਊਰੀ ਵਾਲਾ ਸੈਕਿੰਡ ਪਾਰਟ ਹੈ ਬੱਚੇ। ਪਹਿਲੇ ਪਾਰਟ ਦੇ ਵਿੱਚ ਆਪਾਂ ਜਿਹੜੀਆਂ ਨੇ ਉਹ ਬੇਸਿਕ ਕੋਗਨੀਟਿਵ ਜਿਹੜੀਆਂ ਨੇ ਟਰਮਸ ਉਹਨਾਂ ਨੂੰ ਡਿਸਕਸ ਕਰ ਚੁੱਕੇ ਹਾਂ ਬੇਟਾ। ਜਿਹੜੇ ਬੱਚਿਆਂ ਨੇ ਇਹ ਵੀਡੀਓਜ਼ ਦੇਖ ਰਹੇ ਨੇ ਬੇਟਾ ਉਹਨਾਂ ਨੂੰ ਸਿੱਧਾ ਇੱਥੋਂ ਸਮਝ ਨਹੀਂ ਲੱਗੇਗੀ। ਯੂ ਆਰ ਰਿਕੁਐਸਟਡ ਟੂ ਪਲੀਜ਼ ਕਾਈਂਡਲੀ ਜਿਹੜਾ ਫਸਟ ਪਾਰਟ ਹੈ ਇਸ ਥਿਊਰੀ ਦਾ ਉਸ ਨੂੰ ਜ਼ਰੂਰ ਦੇਖ ਲਓ ਤਾਂ ਜੋ ਜਿਹੜੀ ਇਹ ਬੇਸਿਕ ਕੋਗਨੀਟਿਵ ਕੰਸੈਪਟਸ ਨੇ ਸਕੀਮਾ, ਸਿਮੂਲੇਸ਼ਨ ਐਂਡ ਅਕਮੋਡੇਸ਼ਨ, ਇਕੁਇਲਿਬ੍ਰੀਅਮ ਇਹ ਤੁਹਾਨੂੰ ਜਿਹੜੇ ਨੇ ਸਮਝ ਆ ਜਾਣਗੇ। ਜਦ ਤੱਕ ਤੁਸੀਂ ਉਹ ਨਹੀਂ ਦੇਖੋਗੇ ਫਿਰ ਇਹ ਵਾਲਾ ਨੈਕਸਟ ਪਾਰਟ ਜਿਹੜਾ ਤੁਹਾਨੂੰ ਵੀਡੀਓ ਦਾ ਉਹ ਦਿਖਾਈ ਨਹੀਂ ਸਹੀ ਤਰ੍ਹਾਂ ਨਾਲ ਸਮਝ ਬੇਟਾ ਜਿਹੜਾ ਉਹ ਨਹੀਂ ਆਏਗਾ। ਸੋ ਬੇਟੇ ਇਹ ਵਾਲਾ ਜਿਹੜਾ ਪਾਰਟ ਹੈ ਇਹਦੇ ਵਿੱਚ ਆਪਾਂ ਜਿਹੜੀ ਗੱਲ ਕਰਾਂਗੇ ਕਿ ਜਿਹੜੀਆਂ ਇਸ ਥਿਊਰੀ ਦੀਆਂ ਸਟੇਜਸ ਕਿਹੜੀਆਂ ਨੇ। ਸੋ ਦੇਰ ਆਰ ਟੋਟਲ 4 ਸਟੇਜਸ, 4 ਸਟੇਜ ਨੇ ਜਿਹੜੀਆਂ ਇਹਦੇ ਵਿੱਚ ਆਉਂਦੀਆਂ ਨੇ। ਸੈਂਸਰੀ ਮੋਟਰ ਸਟੇਜ, ਪ੍ਰੀ ਆਪਰੇਸ਼ਨਲ ਸਟੇਜ, ਕੰਕਰੀਟ ਆਪਰੇਸ਼ਨਲ ਸਟੇਜ, ਫਾਰਮਲ ਆਪਰੇਸ਼ਨਲ ਸਟੇਜ, ਇਹ ਸਾਰੀਆਂ ਆਉਂਦੀਆਂ ਨੇ ਬੇਟੇ। ਇਹਨਾਂ ਦੇ ਵਿੱਚ ਐਗਜ਼ਾਮੀਨਰ ਤੁਹਾਨੂੰ ਕੁਐਸਚਨ ਕਿਵੇਂ ਕ੍ਰੀਏਟ ਕਰਦਾ ਹੈ ਦੇਖੋ, ਇਹਨਾਂ ਦੇ ਏਜ ਦੇ ਵਾਈਜ਼ ਕੁਐਸਚਨ ਕ੍ਰੀਏਟ ਕਰ ਲਵੇਗਾ। ਇਹ ਜਿਹੜੀਆਂ ਸਟੇਜਸ ਨੇ ਇਹਨਾਂ ਦੇ ਦੌਰਾਨ ਕੁਝ ਬੱਚਿਆਂ ਨੂੰ ਖਾਸ ਸਪੈਸ਼ਲ ਕੰਸੈਪਟ ਜਿਹੜੇ ਉਹਨਾਂ ਦੇ ਬਣਦੇ ਨੇ ਉਹਨਾਂ ਤੋਂ ਜਿਹੜੇ ਨੇ ਕੁਐਸਚਨ ਜਨਰੇਟ ਕਰੇਗਾ ਐਗਜ਼ਾਮੀਨਰ। ਮੇਨਲੀ ਇਹਨਾਂ ਦੀ ਸੀਕੁਐਂਸ ਵੀ ਪੁੱਛੀ ਜਾ ਸਕਦੀ ਹੈ ਕਿ ਇਸ ਏਜ ਦੇ ਦੌਰਾਨ ਜਿਹੜੀ ਹੈ ਪਿਆਜੇ ਦੀ ਥਿਊਰੀ ਦੇ ਅਕੋਰਡਿੰਗ ਬੱਚਾ ਜਿਹੜਾ ਹੈ ਕਿਸ ਸਟੇਜ ਦੇ ਵਿੱਚ ਹੁੰਦਾ ਹੈ। ਜਿਵੇਂ ਉਹਨਾਂ ਪੁੱਛ ਲਿਆ 712 ਸਾਲ ਦੀ ਜਿਹੜੀ ਏਜ ਹੈ ਉਸ ਏਜ ਦੇ ਵਿੱਚ ਬੱਚਾ ਜਿਹੜਾ ਹੈ ਉਹ ਕਿਸ ਤਰੀਕੇ ਨਾਲ ਸਿੱਖਦਾ ਹੈ, ਤਾਂ ਲੌਜੀਕਲ ਥਿੰਕਿੰਗ ਦੀ ਜਿਹੜੀ ਹੈ ਉਹਦੀ ਉਹ ਪਾਵਰ ਉਸ ਦੇ ਵਿੱਚ ਆ ਜਾਂਦੀ ਹੈ। ਔਰ ਇਹਦਾ ਇਹ ਕਿਹੜੀ ਸਟੇਜ ਹੈ, ਕੰਕਰੀਟ ਆਪਰੇਸ਼ਨਲ। ਤੋਂ ਇਹਦੇ ਵਿੱਚੋਂ ਕੁਝ ਵੀ ਤੁਹਾਨੂੰ ਜਿਹੜਾ ਐਗਜ਼ਾਮੀਨਰ ਉਹ ਕੁਐਸਚਨ ਜਨਰੇਟ ਕਰਕੇ ਪੁੱਛ ਸਕਦਾ ਹੈ ਬੇਟੇ। ਸੋ ਲੈਟ ਅਸ ਡਿਸਕਸ ਵਨ ਬਾਈ ਵਨ ਆਲ 4 ਸਟੇਜਸ। ਦ ਫਸਟ ਵਨ ਇਜ਼ ਸੈਂਸਰੀ ਮੋਟਰ ਸਟੇਜਸ। ਸੈਂਸਰੀ ਮੋਟਰ ਸਟੇਜਸ ਜਿਹੜੀ ਸਟੇਜ ਹੈ ਬੇਟਾ ਇਹਦਾ ਟਾਈਮ ਪੀਰੀਅਡ ਹੈ ਜੀ ਬਰਥ ਤੋਂ ਲੈ ਕੇ 2 ਸਾਲ ਤੱਕ ਦਾ। ਯਾਦ ਰੱਖਣਾ ਹੈ ਸਭ ਤੋਂ ਪਹਿਲੀ ਆਏ ਨਹੀਂ ਇਹਦੇ ਵਿੱਚ ਬੱਚਾ ਕਿਵੇਂ ਸਿੱਖਦਾ। ਇਹਦੇ ਵਿੱਚ ਬੱਚਾ ਸਿੱਖਦਾ ਹੈ ਸਿਰਫ ਆਪਣੀਆਂ ਮੂਵਮੈਂਟਸ ਔਰ ਸੈਂਸੇਸ਼ਨ ਜਿਹੜੀਆਂ ਉਹਨਾਂ ਦੀਆਂ ਸੈਂਸ ਹੁੰਦੀਆਂ ਨੇ ਉਹਨਾਂ ਦੇ ਅਕੋਰਡਿੰਗ, ਠੀਕ ਹੈ, ਸੈਂਸ ਦੀ ਹੈਲਪ ਦੇ ਨਾਲ। ਇਸ ਤੋਂ ਇਲਾਵਾ ਜਿਹੜੀ ਇੱਕ ਇੰਪੋਰਟੈਂਟ ਟਰਮਨੋਲੋਜੀ ਹੈ ਇੱਥੇ ਜਿਹਦੇ ਤੋਂ ਤੁਹਾਨੂੰ ਬਾਰ-ਬਾਰ ਸਵਾਲ ਜਿਹੜੇ ਨੇ ਉਹ ਕੀਤੇ ਜਾਂਦੇ ਨੇ ਬੇਟਾ, ਉਹ ਕੀ ਹੈ, ਆਬਜੈਕਟ ਪਰਮਾਨੈਂਸ ਦੀ ਜਿਹੜੀ ਸਿਚੁਏਸ਼ਨ ਕੰਡੀਸ਼ਨ ਹੈ ਉਹਦੇ ਬਾਰੇ ਤੁਹਾਨੂੰ ਕੁਐਸਚਨ ਜਿਹੜੇ ਨੇ ਐਗਜ਼ਾਮੀਨਰ ਜਿਹੜਾ ਹੈ ਉਹ ਆਸਕ ਕਰਦਾ ਹੈ। ਸੋ ਵਾਟ ਇਜ਼ ਆਬਜੈਕਟ ਪਰਮਾਨੈਂਸ। ਆਬਜੈਕਟ ਪਰਮਾਨੈਂਸ ਕੀ ਹੈ, ਆਪਾਂ ਬਹੁਤ ਛੋਟੇ ਹੁੰਦੇ ਸੀ ਤਾਂ ਜਦੋਂ ਅਸੀਂ ਕਿਸੇ ਚੀਜ਼ ਨੂੰ ਲੈ ਕੇ ਮਤਲਬ ਪਕੜਨ ਦੀ ਜਾਂ ਖੇਡਣ ਦੀ ਕੋਸ਼ਿਸ਼ ਕਰਦੇ ਸੀ, ਪੇਰੈਂਟਸ ਨੂੰ ਉਹ ਚੀਜ਼ ਚਾਹੀਦੀ ਹੁੰਦੀ ਸੀ ਤਾਂ ਉਹ ਸਾਡੇ ਕੋਲ ਫੜ ਕੇ ਜਾਂ ਜਿਹੜੀ ਵੀ ਚੀਜ਼ ਸਾਡੇ ਲਈ ਡੇਂਜਰ ਹੁੰਦੀ ਸੀ ਜਿਹਦੇ ਨਾਲ ਸਾਨੂੰ ਚੋਟ ਲੱਗ ਸਕਦੀ ਸੀ ਸਾਡੇ ਤੋਂ ਫੜ ਕੇ ਵੈਸੇ ਹੀ ਹਵਾ 'ਚ ਹੱਥ ਲਾ ਕੇ ਬੋਲ ਦਿੰਦੇ ਸੀ ਕੋਕੋ ਲੈ ਗਈ। ਅਸੀਂ ਸੋਚਦੇ ਸੀਗੇ ਕਿ ਉਹ ਚੀਜ਼ ਕੋਈ ਜਾਨਵਰ ਆਇਆ, ਕੋਕੋ ਕੋਈ ਆਈ ਔਰ ਉਹ ਉਸ ਚੀਜ਼ ਨੂੰ ਲੈ ਕੇ ਚਲੇਗੀ। ਵਾਈ? ਬਿਕੋਜ਼ ਸਾਨੂੰ ਆਬਜੈਕਟ ਪਰਮਾਨੈਂਸ ਵਾਲਾ ਜਿਹੜਾ ਕੰਸੈਪਟ ਉਹ ਨਹੀਂ ਸੀ ਪਤਾ ਹੁੰਦਾ। ਆਬਜੈਕਟ ਪਰਮਾਨੈਂਸ ਦੇ ਵਿੱਚ ਕੀ ਹੁੰਦਾ ਹੈ ਬੇਟੇ, ਬੱਚੇ ਨੂੰ ਇਹ ਚੀਜ਼ ਪਤਾ ਚੱਲ ਜਾਂਦੀ ਹੈ ਕਿ ਅਗਰ ਤੁਸੀਂ ਉਸ ਦੇ ਸਾਹਮਣੇ ਹੋ ਚਾਹੇ ਨਹੀਂ, ਚੀਜ਼ ਜਿਹੜੀ ਉਹਦੇ ਸਾਹਮਣੇ ਨਹੀਂ ਹੈ ਉਹ ਵੀ ਐਗਜ਼ਿਸਟ ਕਰ ਰਹੀ ਹੈ। ਅਸੀਂ ਕੀ ਕਰਦੇ ਹਾਂ ਛੋਟੇ ਬੱਚੇ ਦੇ ਨਾਲ ਜਿਹੜਾ ਹੈ ਅਸੀਂ ਖੇਡਣਾ ਸ਼ੁਰੂ ਕਰ ਦਿੰਦੇ ਹਾਂ। ਅਸੀਂ ਆਪਣੇ ਹੱਥਾਂ ਦੇ ਨਾਲ, ਦੋਨਾਂ ਹੱਥਾਂ ਦੇ ਨਾਲ ਆਪਣੇ ਫੇਸ ਨੂੰ ਜਿਹੜਾ ਹੈ ਉਹ ਕਵਰ ਕਰ ਦਿੰਦੇ ਹਾਂ। ਬੱਚਾ ਸਾਨੂੰ ਲੱਭਣਾ ਸ਼ੁਰੂ ਕਰ ਦਿੰਦਾ ਹੈ। ਦੈਨ ਆਪਾਂ ਜਦੋਂ ਹੱਥ ਪਾਸੇ ਕਰਕੇ ਉਹਨੂੰ ਝਾਹ ਬੋਲਦੇ ਹਾਂ ਬੱਚਾ ਖੁਸ਼ ਹੋ ਜਾਂਦਾ ਹੈ। ਆਪਾਂ ਉਹਦੇ ਸਾਹਮਣੇ ਉਹਨੂੰ ਲੱਗਦਾ ਹੈ ਦੁਬਾਰਾ ਤੋਂ ਆ ਗਿਆ, ਕਿਤੇ ਚਲਾ ਗਿਆ ਸੀ ਫਿਰ ਤੋਂ ਦੁਬਾਰਾ ਤੋਂ ਆ ਗਿਆ। ਤਾਂ ਦੇਖੋ ਜਦ ਤੱਕ ਬੱਚੇ ਨੂੰ ਇਹ ਨਹੀਂ ਪਤਾ ਲੱਗਦਾ ਕਿ ਤੁਸੀਂ ਸਿਰਫ ਆਪਣਾ ਫੇਸ ਕਵਰ ਕੀਤਾ ਹੈ ਬਟ ਫਿਜ਼ੀਕਲੀ ਤੁਸੀਂ ਉੱਥੇ ਹੀ ਹੋ, ਉਸ ਦੇ ਸਾਹਮਣੇ ਹੀ ਹੋ। ਇਹ ਚੀਜ਼ਾਂ ਜਿਹੜੀਆਂ ਬੱਚਾ ਜਦੋਂ ਸਿੱਖ ਜਾਂਦਾ ਹੈ ਇਸ ਨੂੰ ਆਪਾਂ ਬੋਲਦੇ ਹਾਂ ਆਬਜੈਕਟ ਪਰਮਾਨੈਂਸ, ਕਿ ਕੋਈ ਵੀ ਆਬਜੈਕਟ ਜਿਹੜਾ ਹੈ ਉਹ ਪਰਮਾਨੈਂਟਲੀ ਰਹਿੰਦਾ ਹੈ, ਕਿਤੇ ਵੀ ਨਹੀਂ ਜਾਂਦਾ। ਕੋਕੋ ਵਰਗੀ ਜਿਹੜੀ ਚੀਜ਼ ਲੈ ਜਾਂਦੀ ਹੈ ਉਹ ਕਿਤੇ ਨਹੀਂ ਲੈ ਕੇ ਜਾਂਦੀ, ਉਹ ਚੀਜ਼ਾਂ ਇੱਥੇ ਹੀ ਰਹਿੰਦੀਆਂ ਨੇ। ਦੇਖੋ ਛੋਟਾ ਬੱਚਾ ਹੁੰਦਾ ਹੈ ਉਦੋਂ ਉਹਨੂੰ ਆਪਾਂ ਕੋਕੋ ਲੈ ਗਈ ਕਹਿ ਕੇ ਵਰਾ ਲੈਂਦੇ ਹਾਂ, ਫਿਰ ਉਹ ਆਖੇ ਲੱਗ ਜਾਂਦਾ ਹੈ ਕਿ ਵਾਕਿਆ ਹੀ ਕੋਈ ਉਹ ਚੀਜ਼ ਲੈ ਕੇ ਚਲੇਗਾ। ਲੇਕਿਨ ਜਦੋਂ ਥੋੜਾ ਵੱਡਾ ਹੋ ਜਾਂਦਾ ਤਾਂ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਨਹੀਂ, ਕੋਕੋ ਕਿਤੇ ਨਹੀਂ ਲੈ ਕੇ ਗਈ ਜੀ, ਕੋਕੋ ਕੋਈ ਨਹੀਂ ਹੈਗੀ, ਤੁਹਾਡੇ ਕੋਲ ਹੀ ਹੈ, ਮੈਨੂੰ ਵਾਪਸ ਦਿਓ, ਮੈਂ ਇਹਦੇ ਨਾਲ ਹੀ ਖੇਡਾਂਗਾ। ਸੋ ਦਿਸ ਇਜ਼ ਨੋਨ ਐਜ਼ ਆਬਜੈਕਟ ਪਰਮਾਨੈਂਸ। ਦੈਨ ਬੇਟਾ ਨੈਕਸਟ ਫਿਰ ਆ ਜਾਂਦੀ ਹੈ ਜੀ ਸਾਡੇ ਕੋਲ ਸੈਕਿੰਡ ਸਟੇਜ। ਸੈਕਿੰਡ ਸਟੇਜ ਦੇ ਵਿੱਚ ਜਿਹੜਾ ਹੈ ਆਪਾਂ ਦੇਖਾਂਗੇ ਕਿ ਉਸ ਦੇ ਵਿੱਚ ਕਿਹੜੀਆਂ ਚੀਜ਼ਾਂ ਆਉਂਦੀਆਂ ਨੇ। ਸੈਕਿੰਡ ਸਟੇਜ ਦੇ ਵਿੱਚ ਆ ਜਾਂਦੀ ਹੈ ਬੇਟਾ, ਪਹਿਲਾਂ ਤਾਂ ਇਸ ਦੇ ਨੇਮ ਨੂੰ ਯਾਦ ਰੱਖਣਾ ਹੈ, ਪ੍ਰੀ ਆਪਰੇਸ਼ਨਲ ਸਟੇਜ, ਔਰ ਇਹਦੇ ਵਿੱਚ ਏਜ ਆ ਜਾਂਦੀ ਹੈ 2 ਤੋਂ 7 ਸਾਲ ਤੱਕ ਦੀ। ਇਹਨਾਂ ਚੀਜ਼ਾਂ ਨੂੰ ਯਾਦ ਰੱਖਣਾ। ਦੈਨ ਆਉਂਦੇ ਨੇ ਇਸ ਦੇ ਜਿਹੜੇ ਮੇਜਰ ਕਰੈਕਟਰਿਸਟਿਕਸ ਨੇ ਉਹ ਕੀ ਨੇ। ਚਿਲਡਰਨ ਬਿਗਿਨ ਟੂ ਥਿੰਕ ਸਿੰਬੋਲਿਕਲੀ ਐਂਡ ਲਰਨ ਟੂ ਯੂਜ਼ ਵਰਡਸ ਐਂਡ ਪਿਕਚਰ ਟੂ ਰਿਪਰੈਜ਼ੈਂਟ ਆਬਜੈਕਟਸ। ਦਿਸ ਇਜ਼ ਨੋਨ ਐਜ਼ ਲੈਂਗੁਏਜ ਡਿਵੈਲਪਮੈਂਟ। ਮਤਲਬ ਇਸ ਸਟੇਜ ਦੇ ਵਿੱਚ ਜਾ ਕੇ ਬੱਚੇ ਦੀ ਲੈਂਗੁਏਜ ਜਿਹੜੀ ਉਹ ਡਿਵੈਲਪ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਦੇ ਇਲਾਵਾ 3 ਮੇਜਰ ਟਰਮਸ ਆਉਂਦੀਆਂ ਨੇ, ਈਗੋਸੈਂਟਰਿਜ਼ਮ, ਐਨੀਮਿਜ਼ਮ ਔਰ ਸੈਂਟਰੇਸ਼ਨ। ਦੇਖੋ ਈਗੋਸੈਂਟਰਿਜ਼ਮ ਬੇਟਾ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਹੋਇਆ, ਜਦੋਂ ਤੁਸੀਂ ਜਿਹੜੀ ਐਲ ਏ ਵਿਗਸਟਕੀ ਦੀ ਥਿਊਰੀ ਪੜ੍ਹੀ ਸੀ ਉਹਦੇ ਵਿੱਚ ਵੀ ਆਪਾਂ ਡਿਸਕਸ ਕੀਤਾ ਸੀ। ਜਦੋਂ ਬੱਚਾ ਖੁਦ ਦੇ ਨਾਲ ਗੱਲ ਕਰ ਰਿਹਾ ਜਾਂ ਆਪਣੇ ਐਕਸ਼ਨਸ, ਆਪਣੀ ਜਿਹੜੀ ਲੈਂਗੁਏਜ ਹੈ ਜੋ ਬੋਲ ਰਿਹਾ ਹੈ, ਜੋ ਆਪਦੇ ਵਰਡਸ ਨੇ ਉਹਨਾਂ ਨੂੰ ਗਾਈਡ ਕਰਨ ਲਈ ਉਹ ਐਕਸ਼ਨ ਕਰ ਰਿਹਾ ਹੈ ਜਾਂ ਐਕਸ਼ਨਸ ਨੂੰ ਗਾਈਡ ਕਰਨ ਲਈ ਜੋ ਵਰਡ ਬੋਲ ਰਿਹਾ ਉਹਨੂੰ ਆਪਾਂ ਬੋਲਦੇ ਹਾਂ ਈਗੋਸੈਂਟਰਿਜ਼ਮ। ਜਦੋਂ ਬੱਚਾ ਖੁਦ ਦੀਆਂ ਗੱਲਾਂ ਦੇ ਨਾਲ ਜਿਹੜਾ ਹੈ
ਕੰਮ ਦੇ ਨਾਲ ਆਪਣੀਆਂ ਨਾਲ ਉਹ ਐਕਸ਼ਨ ਜਿਹੜੀਆਂ ਗੱਲਾਂ ਕਰ ਰਿਹਾ ਹੁੰਦਾ ਹੈ, ਨਾਲ ਦੀ ਨਾਲ ਉਹਨਾਂ ਨੂੰ ਐਕਸ਼ਨ ਵੀ ਕਰਕੇ ਉਹ ਦਿਖਾ ਰਿਹਾ ਹੁੰਦਾ ਹੈ। ਐਨੀਮਿਜ਼ਮ ਦੀ ਅਗਰ ਆਪਾਂ ਗੱਲ ਕਰਦੇ ਹਾਂ ਤਾਂ ਇਹ ਕੀ ਹੈ, ਇਹ ਬੱਚਿਆਂ ਦੇ ਵਿੱਚ ਨਾ ਇੱਕ ਇਹ ਚੀਜ਼ ਕੰਸੈਪਟ ਹੁੰਦਾ ਹੈ, ਉਹ ਕੀ ਸੋਚਦੇ ਨੇ ਕਿ ਜਿਹੜੇ ਟੋਏ ਨੇ ਉਹ ਬਿਲਕੁਲ ਰੀਅਲ ਨੇ ਉਹਨਾਂ ਦੀ ਤਰ੍ਹਾਂ। ਜਿੱਦਾਂ ਅਸੀਂ ਇੱਕ ਆਮ ਇਨਸਾਨ ਆ, ਉੱਦਾਂ ਹੀ ਜਿਹੜੇ ਖਿਡੌਣੇ ਨੇ ਉਹ ਵੀ ਇੱਕ ਇਨਸਾਨ ਦੀ ਤਰ੍ਹਾਂ ਨੇ, ਉਹਨਾਂ ਵਿੱਚ ਵੀ ਜਾਨ ਹੈ। ਬੱਚੇ ਇੱਦਾਂ ਸੋਚਦੇ ਨੇ ਜਿਹੜਾ, ਠੀਕ ਹੈ। ਤਦੇ ਹੀ ਤਾਂ ਉਹਨਾਂ ਨੂੰ ਆਪਣੇ ਨਾਲ ਖਵਾਉਂਦੇ ਪਿਆਉਣ ਦੀ ਕੋਸ਼ਿਸ਼ ਕਰਦੇ ਨੇ, ਖੇਡਣ ਦੀ ਗੱਲ ਨਾਲ ਖੇਡਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਵੀ ਉਹਨਾਂ ਦੀ ਤਰ੍ਹਾਂ ਰੀਅਲ ਹੀ ਨੇ, ਰਾਈਟ। ਤੋ ਇਹਦੇ ਤੋਂ ਤੁਹਾਨੂੰ ਕੁਐਸਚਨ ਜਿਹੜਾ ਉਹ ਆ ਸਕਦਾ ਹੈ ਬੇਟੇ। ਸੈਂਟਰੇਸ਼ਨ ਦੀ ਗੱਲ ਕਰਦੇ ਹਾਂ ਤਾਂ ਦੇਖੋ ਇਹਦੇ ਵਿੱਚ ਕੀ ਹੁੰਦਾ ਹੈ, ਬੱਚੇ ਦੀ ਜਿਹੜੀ ਟੈਂਡੈਂਸੀ ਹੁੰਦੀ ਹੈ ਨਾ, ਫੋਕਸ ਨਹੀਂ ਕਰ ਪਾਉਂਦਾ ਉਹ ਵੱਖਰੇ ਵੱਖਰੇ ਆਸਪੈਕਟਸ ਦੇ ਉੱਪਰ, ਸਿਚੁਏਸ਼ਨਸ ਦੇ ਉੱਪਰ। ਤਾਂ ਉਹ ਕੀ ਹੈ, ਇਸ ਨੂੰ ਆਪਾਂ ਬੋਲਦੇ ਹਾਂ ਸੈਂਟਰੇਸ਼ਨ। ਦੇਖੋ ਦੋ ਪਾਣੀ ਦੇ ਕੱਪ ਬੱਚੇ ਦੇ ਸਾਹਮਣੇ ਰੱਖੇ ਗਏ ਨੇ ਬੇਟਾ, ਠੀਕ ਹੈ, ਔਰ ਉਸ ਨੂੰ ਦੱਸਿਆ ਗਿਆ ਕਿ ਦੋਨਾਂ ਦੇ ਵਿੱਚ ਪਾਣੀ ਜਿਹੜਾ ਇਕੁਅਲ ਹੈ। ਫਿਰ ਇੱਕ ਕੱਪ ਦਾ ਪਾਣੀ ਜਿਹੜਾ ਲੈ ਕੇ ਉਹ ਇੱਕ ਲੌਂਗ ਬੀਕਰ ਦੇ ਵਿੱਚ ਪਾ ਦਿੱਤਾ ਗਿਆ, ਔਰ ਬੱਚੇ ਨੂੰ ਪੁੱਛਿਆ ਗਿਆ ਕਿ ਹੁਣ ਪਾਣੀ ਕਿਹਦੇ ਵਿੱਚ ਜ਼ਿਆਦਾ ਹੈ, ਤਾਂ ਉਸਨੇ ਇਹ ਵਾਲੇ ਦੇ ਵਿੱਚ ਦੱਸਿਆ ਹੈ ਜ਼ਿਆਦਾ। ਦੇਖੋ ਅਗਲੀਆਂ ਸਟੇਜਸ ਦੇ ਵਿੱਚ ਜਾ ਕੇ ਇੱਕ ਸਟੇਜ ਆਏਗੀ ਜਿਹਦੇ ਵਿੱਚ ਬੱਚੇ ਨੂੰ ਇਹ ਪਤਾ ਚੱਲ ਜਾਏਗਾ ਕਿ ਇਹ ਜਿਹੜੀ ਸ਼ੇਪ ਬਦਲਣ ਦੇ ਨਾਲ ਜਿਹੜੀ ਹੈ ਐਕਚੁਅਲੀ ਚੀਜ਼ ਦਾ ਫਰਕ ਨਹੀਂ ਪਿਆ। ਤਾਂ ਇੱਥੇ ਇਹ ਚੀਜ਼ ਬੱਚੇ ਦੇ ਅੰਦਰ ਨਹੀਂ ਹੈ, ਉਹ ਦੂਸਰੇ ਪੋਸੀਬਲ ਜਿਹੜੀਆਂ ਆਸਪੈਕਟਸ ਨੇ ਉਹਨਾਂ ਦੇ ਬਾਰੇ ਨਹੀਂ ਸੋਚ ਪਾ ਰਿਹਾ। ਦਿਸ ਇਜ਼ ਨੋਨ ਐਜ਼ ਸੈਂਟਰੇਸ਼ਨ, ਠੀਕ ਹੈ। ਨੈਕਸਟ ਆ ਜਾਂਦੀ ਬੇਟਾ ਕੰਕਰੀਟ ਆਪਰੇਸ਼ਨਲ ਸਟੇਜ। ਕੰਕਰੀਟ ਆਪਰੇਸ਼ਨਲ ਸਟੇਜ ਜਿਹੜੀ ਹੈ ਬੇਟੇ, ਇਹਦਾ ਟਾਈਮ ਪੀਰੀਅਡ ਹੈ ਜੀ 7 ਤੋਂ 11 ਸਾਲ, ਔਰ ਇਹ ਹੈਗੀ ਹੈ ਤੁਹਾਡੀ ਥਰਡ ਸਟੇਜ। ਇਹਦੇ ਵਿੱਚ ਮੇਜਰ ਜਿਹੜੇ ਕਰੈਕਟਰਿਸਟਿਕਸ ਨੇ ਉਹ ਕੀ ਨੇ, ਕੰਜ਼ਰਵੇਸ਼ਨ, ਰਿਵਰਸਿਬਿਲਿਟੀ, ਡੀਸੈਂਟਰੇਸ਼ਨ। ਇਹ ਤਿੰਨੇ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਆਉਂਦੀਆਂ ਨੇ। ਸੋ ਆਪਾਂ ਇਹਨਾਂ ਨੂੰ ਡਿਸਕਸ ਕਰਦੇ ਹਾਂ ਵਨ ਬਾਏ ਵਨ ਕਿ ਇਹ ਕੀ ਨੇ, ਤਿੰਨੋਂ ਦੀਆਂ ਤਿੰਨੋਂ ਹੀ ਚੀਜ਼ਾਂ। ਸਭ ਤੋਂ ਪਹਿਲਾਂ ਜਿਹੜੀ ਕੰਜ਼ਰਵੇਸ਼ਨ, ਜਿਹੜੀ ਲਾਸਟ ਪਿਕਚਰ ਦੇ ਵਿੱਚ ਆਪਾਂ ਦੇਖਿਆ ਕਿ ਬੱਚੇ ਨੇ ਜਦੋਂ ਉਸ ਆਪਾਂ ਦੇਖੋ ਜਦੋਂ ਤੁਸੀਂ ਬਹੁਤ ਛੋਟੇ ਹੁੰਦੇ ਹੋ ਨਾ, ਤੁਸੀਂ ਕਹਿੰਦੇ ਹੋ ਕਿ ਨਹੀਂ ਜੀ ਮੈਨੂੰ ਤਾਂ ਦੁੱਧ ਤੁਸੀਂ ਗਲਾਸ 'ਚ ਥੋੜ੍ਹਾ ਦਿੱਤਾ ਹੈ, ਮੈਨੂੰ ਤਾਂ ਹੋਰ ਚਾਹੀਦਾ ਹੈ, ਮੰਮਾ ਦੇ ਨਾਲ ਝਗੜਾ ਕਰਦੇ ਹੋ। ਤਾਂ ਮੰਮਾ ਫਿਰ ਕੀ ਕਰਦੇ ਨੇ, ਉਹ ਕੋਈ ਛੋਟੀ ਗਲਾਸੀ ਲੈਂਦੇ ਨੇ, ਉਹਦੇ ਵਿੱਚ ਉਸੇ ਦੁੱਧ ਨੂੰ ਪੂਰਾ ਪਾ ਦਿੰਦੇ ਨੇ, ਤਾਂ ਉਹ ਗਲਾਸ ਭਰ ਜਾਂਦਾ ਹੈ। ਕਿਉਂਕਿ ਉਹ ਸਾਈਜ਼ ਛੋਟਾ ਸੀ, ਗਲਾਸ ਭਰ ਗਿਆ, ਤਾਂ ਤੁਸੀਂ ਖੁਸ਼ ਹੋ ਜਾਂਦੇ ਹੋ ਜੀ ਮੈਨੂੰ ਭਰਿਆ ਹੋਇਆ ਗਲਾਸ ਮਿਲ ਗਿਆ। ਅਗਰ ਉਹੀ ਦੁੱਧ ਵੱਡੇ ਗਲਾਸ 'ਚ ਪਾ ਕੇ ਦੇ ਦਿੱਤਾ ਜਾਂਦਾ ਸੀਗਾ, ਉਹ ਥੋੜ੍ਹਾ ਹੁੰਦਾ ਸੀ, ਤੁਸੀਂ ਰੋਂਦੇ ਹੋ ਨਹੀਂ ਮੈਂ ਨਹੀਂ ਪੀਣਾ ਜੀ, ਇਹਦੇ 'ਚ ਤਾਂ ਥੋੜ੍ਹਾ ਹੈ। ਬੱਚੇ ਜਨਰਲੀ ਇੱਦਾਂ ਕਰਦੇ ਨੇ। ਜਦੋਂ ਤੱਕ ਤੁਸੀਂ ਛੋਟੇ ਸੀ ਬੇਟਾ, ਤਾਂ ਤੁਸੀਂ ਤਾਂ ਮਦਰ ਦੀ ਉਸ ਚੀਜ਼ ਦੇ ਵਿੱਚ ਖੁਸ਼ ਹੋ ਜਾਂਦੇ ਸੀ ਕਿ ਹਾਂਜੀ ਗਲਾਸ ਭਰ ਕੇ ਮਿਲ ਗਿਆ। ਲੇਕਿਨ ਜਦੋਂ ਤੁਹਾਡੇ ਵਿੱਚ ਕੰਜ਼ਰਵੇਸ਼ਨ ਵਾਲੀ ਉਹ ਜਿਹੜੀ ਐਬਿਲਿਟੀ ਆ ਗਈ, ਤੁਹਾਨੂੰ ਪਤਾ ਚੱਲ ਗਿਆ ਬੱਚੇ ਕਿ ਫਾਰਮ ਚੇਂਜ ਕੀਤੀ ਕਿਸੇ ਸਬਸਟੈਂਸ ਦੀ ਜਾਂ ਆਬਜੈਕਟ ਦੀ, ਤਾਂ ਉਸਦੇ ਅਮਾਊਂਟ ਦੇ ਉੱਪਰ ਕੋਈ ਫਰਕ ਨਹੀਂ ਪਿਆ ਜਾਂ ਉਸਦੇ ਮਾਸ ਦੇ ਉੱਪਰ ਕੋਈ ਫਰਕ ਨਹੀਂ ਪਿਆ। ਦੇਖੋ ਜਿੱਦਾਂ ਇਹ ਲਿਕੁਇਡ ਹੈ, ਇਹ ਦੋ ਫਾਰਮ ਇੱਕੋ ਜਿਹੇ ਨੇ, ਇਹਨਾਂ ਨੂੰ ਬਦਲ ਦਿੱਤਾ ਬਰਤਨਾਂ ਨੂੰ, ਤਾਂ ਤਦ ਵੀ ਉਹ ਇੱਕੋ ਜਿਹਾ ਹੀ ਰਿਹਾ, ਕੋਈ ਫਰਕ ਉਹਨਾਂ ਦੇ ਵਿੱਚ ਨਹੀਂ ਪਿਆ। ਲੈਂਥ ਵੀ ਜਿਹੜੀ ਹੈ ਉਹਦੇ ਤੇ ਫਰਕ ਨਹੀਂ ਪੈਂਦਾ, ਮਾਸ ਦੇ ਉੱਪਰ ਵੀ ਕੋਈ ਫਰਕ ਨਹੀਂ ਪੈਂਦਾ। ਜਦੋਂ ਇਹ ਐਬਿਲਿਟੀ ਆ ਜਾਂਦੀ ਫਿਰ ਬੱਚਾ ਨਹੀਂ ਵਰਚਦਾ ਮਦਰ ਦੇ ਕੋਲੋਂ, ਉਹ ਕਹੇਗਾ ਨਹੀਂ ਜੀ ਤੁਸੀਂ ਤਾਂ ਸਿਰਫ ਗਲਾਸ ਬਦਲਿਆ ਹੈ, ਵਿਚਲਾ ਅਮਾਊਂਟ ਜਿਹੜਾ ਹੈ ਦੁੱਧ ਤਾਂ ਉਨਾ ਹੀ ਰਿਹਾ ਹੈ, ਮੈਨੂੰ ਤਾਂ ਹੋਰ ਚਾਹੀਦਾ ਹੈ। ਸੋ ਇਹ ਜਿਹੜੀ ਹੈ ਨਾ 7 ਤੋਂ 11 ਸਾਲ ਦੀ ਏਜ ਦੇ ਵਿੱਚ ਹੀ ਜਾ ਕੇ ਬੱਚੇ ਨੂੰ ਇਹ ਚੀਜ਼ ਦੀ ਸਮਝ ਜਿਹੜੀ ਆਉਂਦੀ ਹੈ। ਨੈਕਸਟ ਬੇਟਾ ਰਿਵਰਸਿਬਿਲਿਟੀ। ਰਿਵਰਸਿਬਿਲਿਟੀ ਦੇ ਵਿੱਚ ਬੱਚਾ ਇਹ ਚੀਜ਼ ਸਮਝ ਜਾਂਦਾ ਹੈ, ਉਸਨੂੰ ਪਤਾ ਚੱਲ ਜਾਂਦਾ ਹੈ ਕਿ ਜਿਵੇਂ ਉਸ ਦੀ ਬਾਲ ਹੈ ਜਿਹਦੇ ਨਾਲ ਉਹ ਖੇਡ ਰਿਹਾ ਹੈ, ਅਗਰ ਉਹਨੂੰ ਫਲੈਟਨ ਕਰ ਦਿੱਤਾ ਜਾਵੇ, ਉਸ ਵਿੱਚੋਂ ਜਿਹੜੀ ਹਵਾ ਉਹਦੇ ਵਿੱਚ ਭਰੀ ਹੋਈ ਉਸਨੂੰ ਕੱਢ ਦਿੱਤਾ ਜਾਵੇ, ਤਾਂ ਉਹ ਡੀਫਾਰਮ ਹੋ ਜਾਏਗੀ, ਠੀਕ ਹੈ। ਲੇਕਿਨ ਹੁਣ ਉਹਦੇ ਵਿੱਚ ਦੁਬਾਰਾ ਤੋਂ ਜਦੋਂ ਹਵਾ ਭਰ ਦੇਗਾ ਤਾਂ ਉਹ ਫਿਰ ਤੋਂ ਜਿਹੜੀ ਹੈ ਵਾਪਸ ਪਹਿਲੀ ਚੀਜ਼ ਦੀ ਤਰ੍ਹਾਂ ਹੀ ਬਣ ਜਾਏਗੀ, ਬਾਲ ਦੀ ਤਰ੍ਹਾਂ ਹੀ ਬਣ ਜਾਏਗੀ। ਇਹਨੂੰ ਆਪਾਂ ਬੋਲਦੇ ਹਾਂ ਰਿਵਰਸਿਬਿਲਿਟੀ। ਇਹ ਕੰਸੈਪਟ ਵੀ ਬੱਚੇ ਨੂੰ 7 ਤੋਂ 11 ਸਾਲ ਦੀ ਏਜ ਦੇ ਵਿੱਚ ਜਾ ਕੇ ਹੀ ਪਤਾ ਚੱਲਦਾ ਹੈ। ਡੀਸੈਂਟਰੇਸ਼ਨ ਦੇ ਵਿੱਚ ਕੀ ਹੈ ਕਿ ਉਹ ਇੱਕ ਹੀ ਸਿਚੁਏਸ਼ਨ ਨੂੰ ਮਲਟੀ ਆਸਪੈਕਟਸ ਦੇ ਨਾਲ ਸਮਝਣ ਦੀ ਜਿਹੜੀ ਉਹ ਕੋਸ਼ਿਸ਼ ਕਰ ਸਕਦਾ ਹੈ। ਹੁਣ ਉਸ ਨੂੰ ਹਰ ਸਿਚੁਏਸ਼ਨ ਦੇ ਵੱਖਰੇ ਵੱਖਰੇ ਐਂਗਲ ਜਿਹੜੇ ਨੇ ਉਹ ਪਤਾ ਲੱਗਣੇ ਸ਼ੁਰੂ ਹੋ ਜਾਂਦੇ ਨੇ, ਜਾਂ ਦੂਜੇ ਸ਼ਬਦਾਂ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਹੁਣ ਬੱਚਾ ਵੱਡਾ ਹੋ ਰਿਹਾ ਹੈ ਤਾਂ ਉਹ ਹਰ ਈਵੈਂਟ ਦੇ ਨਾਲ ਜੁੜੀਆਂ ਘਟਨਾਵਾਂ ਨੂੰ ਸਮਝ ਸਕਦਾ ਹੈ। ਤੁਸੀਂ ਬਹੁਤ ਛੋਟੇ ਹੁੰਦੇ ਹੋ, ਪੇਰੈਂਟਸ ਤੋਂ ਤੁਸੀਂ ਕੋਈ ਚੀਜ਼ ਦੀ ਡਿਮਾਂਡ ਕਰਦੇ ਹੋ, ਰਸਤੇ ਦੇ ਵਿੱਚ ਜਾਂਦੇ ਹੋਏ ਸ਼ੌਪ ਤੋਂ ਕੁਝ ਲੈ ਕੇ ਦੇਣ ਲਈ ਬੋਲਦੇ ਹੋ, ਕੁਝ ਖਾਣ ਦੇ ਲਈ, ਰਾਈਟ। ਤਾਂ ਪਹਿਲਾਂ ਪੇਰੈਂਟਸ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਬੇਟਾ ਨਹੀਂ ਆਪਾਂ ਨਹੀਂ ਲੈਣੇ, ਜਾਂ ਉਹ ਕਹਿ ਰਹੇ ਨੇ ਆਪਣੇ ਕੋਲ ਪੈਸੇ ਘੱਟ ਨੇ, ਤਾਂ ਤੁਸੀਂ ਸਮਝ ਨਹੀਂ ਸੀ ਸਕਦੇ ਕਿ ਇੱਦਾਂ ਨਹੀਂ ਹੋ ਸਕਦਾ, ਜਾਂ ਉਦੋਂ ਤੁਹਾਡੀ ਸਮਝ ਇੰਨੀ ਨਹੀਂ ਸੀ ਕਿ ਤੁਸੀਂ ਉਸ ਚੀਜ਼ ਨੂੰ ਸਮਝ ਸਕੋ। ਬਟ ਨਾਓ ਜਦੋਂ ਤੁਹਾਡੇ ਅੰਦਰ ਸੈਂਟਰੇਸ਼ਨ ਦੀ ਆਲਰੇਡੀ ਪਾਵਰ ਆ ਜਾਂਦੀ ਹੈ ਡੀਸੈਂਟਰੇਸ਼ਨ ਦੀ, ਤਾਂ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਝ ਪਾਉਂਦੇ ਹੋ। ਤੁਹਾਨੂੰ ਪਤਾ ਚੱਲਦਾ ਹੈ ਕਿ ਅਗਰ ਉਹ ਨਹੀਂ ਲੈ ਕੇ ਦੇ ਰਿਹਾ ਤਾਂ ਉਹਦੇ ਪਿੱਛੇ ਕੋਈ ਰੀਜ਼ਨ ਹੋਰ ਵੀ ਹੋ ਸਕਦੇ ਨੇ, ਤਾਂ ਤੁਸੀਂ ਬਾਕੀ ਆਸਪੈਕਟਸ ਜਿਹੜੇ ਨੇ ਉਹਨਾਂ ਨੂੰ ਵੀ ਜਿਹੜਾ ਹੈ ਕੰਸੀਡਰ ਕਰਨਾ ਸ਼ੁਰੂ ਕਰ ਦਿੰਦੇ ਹੋ। ਔਰ ਇਹ ਹੈ ਤੁਹਾਡੀ ਥਰਡ ਸਟੇਜ। ਨੈਕਸਟ ਆ ਜਾਂਦੀ ਹੈ ਬੇਟਾ ਫੋਰਥ ਸਟੇਜ, ਦਾ ਫਾਰਮਲ ਆਪਰੇਸ਼ਨਲ ਸਟੇਜ।
ਇਸ ਸਟੇਜ ਨੂੰ ਪੜ੍ਹਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਆਪਾਂ ਐਗਜ਼ਾਮਪਲ ਕਰਦੇ ਹਾਂ। ਪ੍ਰਿੰਸੀਪਲ ਸੁਜਾਨ ਸਿੰਘ ਜੀ ਦੀ ਬੇਟਾ ਲਿਖੀ ਹੋਈ ਕਵਿਤਾ ਕਹਾਣੀ ਹੈ ਸਾਂਝ, ਆਪਾਂ ਸਾਰਿਆਂ ਨੇ ਗ੍ਰੈਜੂਏਸ਼ਨ ਦੇ ਵਿੱਚ ਪੜ੍ਹੀ ਹੋਏਗੀ ਜ਼ਰੂਰ, ਤੁਸੀਂ ਵੀ ਜ਼ਰੂਰ ਪੜ੍ਹੀ ਹੋਏਗੀ। ਇੱਕ ਪ੍ਰੋਫੈਸਰ ਹੁੰਦੇ ਨੇ ਜਿਹੜੇ ਬੜੇ ਗਰਮੀ ਦੇ ਦਿਨਾਂ ਦੇ ਵਿੱਚ ਆਪਣੇ ਕਾਲਜ ਤੋਂ ਨਿਕਲ ਕੇ ਆਪਣੇ ਪਿੰਡ ਵੱਲ ਜਾ ਰਹੇ ਨੇ, ਰਸਤੇ ਦੇ ਵਿੱਚ ਇੱਕ ਗਰੀਬ ਔਰਤ ਮਿਲਦੀ ਹੈ, ਉਹ ਬਜ਼ੁਰਗ ਔਰਤ, ਜਿਨ੍ਹਾਂ ਨੂੰ ਕਿ ਉਹਨਾਂ ਨੇ ਸਾਈਕਲ ਤੇ ਲਿਫਟ ਦੇ ਕੇ ਨੈਕਸਟ ਅਗਲੇ ਸ਼ਹਿਰ ਤੱਕ ਜਿਹੜਾ ਉਹ ਛੱਡਣਾ ਹੁੰਦਾ ਹੈ। ਤਾਂ ਦੇਖੋ ਇਹਨੂੰ ਮੈਂ ਪੜ੍ਹਦਾ, ਤੁਸੀਂ ਇਸ ਨੂੰ ਸੁਣਨਾ ਜ਼ਰਾ। ਮਾਈ ਬਹੁਤ ਹੀ ਬੁੱਢੀ ਸੀ, ਸੁੱਕੀ ਹੋਈ ਪੁਗੜੀ, ਉਸਨੂੰ ਦਿਸਦਾ ਵੀ ਚੰਗੀ ਤਰ੍ਹਾਂ ਨਹੀਂ ਸੀ। ਪੈਰ ਉਸਦੇ ਨੰਗੇ ਸਨ, ਪਤਾ ਨਹੀਂ ਉਹ ਭੁੱਬਲ ਵਰਗੀ ਧੂੜ ਵਿੱਚ ਕਿਵੇਂ ਖੜੀ ਸੀ। ਕਾਲੀ ਗੰਦੀ ਸੁੱਥਣ ਨੂੰ 100 ਕੁ ਰੰਗ ਬਰੰਗੀਆਂ ਟਾਕੀਆਂ ਲੱਗੀਆਂ ਹੋਈਆਂ ਸਨ। ਉਹ ਜਿਹਾ ਹੀ ਕੁੜਤਾ ਸੀ ਜਿਸ ਦਾ ਰੰਗ ਨਹੀਂ ਪਛਾਣਿਆ ਜਾ ਸਕਦਾ ਸੀ। ਮੈਲ ਨੇ ਉਸ ਦਾ ਰੰਗ ਮਾਰ ਹੀ ਛੱਡਿਆ ਹੋਇਆ ਸੀ। ਜਿਵੇਂ ਜਿਵੇਂ ਬੇਟੇ ਇਹ ਚੀਜ਼ ਤੁਸੀਂ ਪੜ੍ਹ ਰਹੇ ਹੋ ਜਾਂ ਸੁਣ ਰਹੇ ਹੋ, ਉਸ ਨੂੰ ਸੁਣਨ ਦੇ ਨਾਲ ਨਾਲ ਹੀ ਤੁਹਾਡੇ ਮਾਈਂਡ ਦੇ ਵਿੱਚ ਇੱਕ ਪਿਕਚਰ ਤਿਆਰ ਹੋ ਰਹੀ ਹੈ, ਠੀਕ ਹੈ ਨਾ। ਇੱਕ ਬਹੁਤ ਹੀ ਬੁਰੜੀ ਮਾਈ ਸੀ ਤਾਂ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਇੱਕ ਪਿਕਚਰ ਆਣੀ ਸ਼ੁਰੂ ਹੋ ਗਈ। ਪੈਰਾਂ ਤੋਂ ਨੰਗੀ ਸੀ, ਕੱਪੜੇ ਉਸਦੇ ਗੰਦੇ ਪਾਏ ਹੋਏ ਸੀ, ਭੁੱਬਲ ਦੇ ਵਿੱਚ ਖੜੀ ਹੋਈ ਸੀ, ਠੀਕ ਹੈ, ਰੰਗ ਉਸਦਾ ਪਛਾਣਿਆ ਨਹੀਂ ਸੀ ਜਾ ਰਿਹਾ। ਤਾਂ ਇਸ ਤਰੀਕੇ ਨਾਲ ਤੁਹਾਡੇ ਮਾਈਂਡ ਨੇ ਜੋ ਤੁਸੀਂ ਸੁਣ ਰਹੇ ਹੋ ਜਾਂ ਪੜ੍ਹ ਰਹੇ ਹੋ ਉਹਦੀ ਇੱਕ ਪਿਕਚਰ ਬਣਾਉਣੀ ਸ਼ੁਰੂ ਕਰ ਦਿੱਤੀ। ਤੁਸੀਂ ਕੋਈ ਕਿਤਾਬ ਪੜ੍ਹਨੀ ਸ਼ੁਰੂ ਕਰਦੇ ਹੋ, ਤੁਸੀਂ ਨਾਨਕ ਸਿੰਘ ਜੀ ਦਾ ਕੋਈ ਨਾਵਲ ਪੜ੍ਹਨਾ ਸ਼ੁਰੂ ਕਰ ਲਿਆ, ਪਵਿੱਤਰ ਪਾਪੀ, ਉਸ ਦੇ ਵਿੱਚ ਵੀਣਾ ਦਾ ਉਹਨਾਂ ਨੇ ਉਹਦੀ ਜੋ ਅਪੀਅਰੈਂਸ ਹੈ ਉਸ ਨੂੰ ਲਿਖ ਕੇ ਜੋ ਬਿਆਨ ਕੀਤਾ ਹੋਇਆ ਹੈ, ਜਾਂ ਜਦੋਂ ਤੁਸੀਂ ਉਹਨਾਂ ਨੂੰ ਪੜ੍ਹਦੇ ਹੋ ਸ਼ਬਦਾਂ ਨੂੰ, ਤਾਂ ਤੁਹਾਡੇ ਸਾਹਮਣੇ ਇੱਕੋ ਪਿਕਚਰ ਬਣਨੀ ਸ਼ੁਰੂ ਹੋ ਜਾਂਦੀ ਹੈ ਬੇਟਾ। ਇਹ ਜਿਹੜੀ ਐਬਿਲਿਟੀ ਹੈ ਨਾ ਪੁੱਤਰ ਜੀ, ਇਸ ਨੂੰ ਬੋਲਦੇ ਆਪਾਂ ਐਬਸਟਰੈਕਟ ਥਿੰਕਿੰਗ। ਔਰ ਇਹ ਜਿਹੜੀ ਤੁਹਾਡੀ ਫੋਰਥ ਸਟੇਜ ਹੈ ਨਾ, ਫਾਰਮਲ ਓਪਰੇਸ਼ਨਲ ਸਟੇਜ, ਇਹਦੀ ਇਹੀ ਖਾਸੀਅਤ ਹੈ। ਇਸ ਸਟੇਜ ਦੇ ਵਿੱਚ ਜਾ ਕੇ ਤੁਹਾਡੀ ਇਹ ਐਬਿਲਿਟੀ ਜਿਹੜੀ ਹੈ ਉਹ ਡਿਵੈਲਪ ਹੋ ਜਾਂਦੀ ਹੈ ਬੇਟਾ। ਔਰ ਇਹ ਸਟੇਜ ਆਉਂਦੀ ਕਦੋਂ ਹੈ ਜੀ? ਏਜ ਦੇ ਵਾਈਜ਼ ਆਪਾਂ ਗੱਲ ਕਰੀਏ 12 ਸਾਲ ਤੋਂ ਉੱਪਰੋਂ ਸ਼ੁਰੂ ਹੋ ਜਾਂਦੀ ਹੈ। ਇਹਦੇ ਵਿੱਚ ਕੀ ਹੈ? ਐਟ ਦਿਸ ਸਟੇਜ ਦਾ ਅਡੋਲਸੈਂਟ ਔਰ ਯੰਗ ਅਡਲਟ ਬੀਇੰਗ ਟੂ ਥਿੰਕ abstractly and reason about hypothetical problems. Teen began to think more about moral, philosophical, ethical, social and political issues that require theoretical and abstract reasoning. ਤਾਂ ਬੇਟੇ ਜਿਹੜੀ ਐਬਸਟਰੈਕਟ ਥਿੰਕਿੰਗ ਹੈ ਨਾ, ਇਹ ਜਿਹੜੀ ਮੇਨ ਇੰਪੋਰਟੈਂਟ ਹੈ ਫੋਰਥ ਦੀ, ਦਾ ਫਾਰਮਲ ਓਪਰੇਸ਼ਨਲ ਸਟੇਜ ਦਾ ਮੇਨ ਕੀ ਪੁਆਇੰਟ ਇਹੀ ਹੈ। ਇਹਦੇ ਤੋਂ ਹੀ ਤੁਹਾਨੂੰ ਸਵਾਲ ਜਵਾਬ ਜਿਹੜੇ ਉਹ ਪੁੱਛੇ ਜਾਂਦੇ ਨੇ। ਸੋ ਇਹ ਸੀਗੀਆਂ ਆਪਣੀਆਂ ਚਾਰੇ ਸਟੇਜਸ ਬੇਟਾ। ਆਈ ਹੋਪ ਕਿ ਤੁਹਾਨੂੰ ਚਾਰਾਂ ਜਿਹੜੀਆਂ ਸਟੇਜਸ ਨੇ ਉਹ ਬਹੁਤ ਵਧੀਆ ਤਰੀਕੇ ਨਾਲ ਸਮਝ ਲੱਗ ਗਈਆਂ ਹੋਣਗੀਆਂ ਬੱਚੇ। ਐਂਡ ਆਈ ਰਿਕੁਐਸਟ ਟੂ ਆਲ ਆਫ ਯੂ, ਅਗਰ ਤੁਹਾਨੂੰ ਸਾਡੀ ਟੀਮ ਵੱਲੋਂ ਕੀਤੇ ਜਾ ਰਹੇ ਬੇਟਾ ਇਹ ਐਫਰਟਸ ਪਸੰਦ ਆ ਰਹੇ ਨੇ, ਵਧੀਆ ਲੱਗ ਰਹੇ ਨੇ, ਦੈਨ ਪਲੀਜ਼ ਆਪਣੇ ਬਾਕੀ ਸਾਥੀਆਂ ਨਾਲ ਵੀ ਜਿਹੜਾ ਹੈ ਉਸ ਚੈਨਲ ਨੂੰ ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰ ਦਿਓ। ਥੈਂਕ ਯੂ ਬੇਟਾ, ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ ਇੱਕ ਨਵੀਂ ਵੀਡੀਓ ਦੇ ਨਾਲ।